ਸਰੀਨ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਵੈਸੇ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਨੀਲ ਗਰਗ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ। ਨੀਲ ਗਰਗ ਸਾਹਿਬ ਇਹ ਕਹਿ ਰਹੇ ਨੇ ਕਿ ਅਸੀਂ ਬੇਸ਼ੱਕ ਪਾਰਟੀ ਦੇ ਬੁਲਾ ਰਹੇ ਹਾਂ, ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਜ਼ਿਕਰ ਹੋ ਰਿਹਾ। ਔਰ ਹੁਣ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਕੇਂਦਰੀ ਏਜੰਸੀਆਂ ਨੇ ਬਕਾਇਦਾ ਗੋਲਡੀ ਬਰਾੜ ਦਾ ਡੋਜ਼ੀਅਰ ਜਿਹੜਾ ਹੈਗਾ ਉਹ ਪੰਜਾਬ ਪੁਲਿਸ ਦੇ ਕੋਲੋਂ ਮੰਗਿਆ ਹੈ। ਇਸ ਤਰੀਕੇ ਦੀ ਕਾਰਵਾਈ ਵੀ ਚੱਲ ਰਹੀ ਹੈ ਔਰ ਸਾਨੂੰ ਇਹ ਤੈਅ ਕਰਨਾ ਹੋਏਗਾ ਕਿ ਅਸੀਂ ਸੀਐਮ ਦੀ ਗੱਲ ਤੇ ਯਕੀਨ ਕਰ ਰਹੇ ਹਾਂ ਜਾਂ ਇੱਕ ਸ਼ਖਸ ਜਿਹੜਾ ਖੁਦ ਨੂੰ ਗੋਲਡੀ ਬਰਾੜ ਦੱਸ ਕੇ ਕੋਈ ਫੋਨ ਤੇ ਕੋਈ ਗੱਲ ਕਹਿ ਰਿਹਾ ਉਸ ਤੇ ਯਕੀਨ ਕਰਨਾ ਹੈ। ਇਹ ਸਾਨੂੰ ਤੈਅ ਕਰਨਾ ਹੋਏਗਾ। ਅਨਿਲ ਸਰੀਨ ਸਾਹਿਬ, नील गर्ग साहब बड़े सियाने ने और सुलझे व्यक्ति ने। तक मुख्यमंत्री जी का बयान की सुन है, हर बंदा जो इन्होंने किरदार है ਉਹਦੇ ਕਰਕੇ ਲੋਕਾਂ ਦੇ ਮਨ 'ਚ ਬਹੁਤ ਸ਼ੰਕਾ ਆ ਜਾਂਦੀਆਂ ਨੇ, ਕਿਉਂਕਿ ਝੂਠ ਬੋਲਣ ਦੀ PhD ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਔਰ ਇਹਨਾਂ ਦੇ ਮੁੱਖ ਮੰਤਰੀ ਜੀ ਨੇ ਕੀਤੀ ਹੋਈ ਹੈ। ਔਰ ਬਹੁਤ ਵਾਰੀ ਐਸਾ ਹੋਇਆ ਹੈ ਕਿ ਮੁੱਖ ਮੰਤਰੀ ਜੀ ਨੇ ਜੋ ਬਿਆਨ ਦਿੱਤਾ ਹੋਵੇ ਉਸ ਤੇ ਅਮਲ ਨਾ ਹੋਇਆ ਹੋਵੇ। ਬਹੁਤ ਸਾਰੀ ਚੀਜ਼ਾਂ ਐਸੀਆਂ ਹੋਈਆਂ ਨੇ ਔਰ ਜਿਹੜੀ ਕੰਟਰੋਵਰਸੀ ਹੋਈ ਹੈ, ਦੇਖੋ ਵਿਰੋਧੀਆਂ ਦੇ ਉੱਤੇ ਮੈਂ ਸਮਝਦਾ ਕਿ ਸਿਆਣਪ ਨਹੀਂ ਹੈ ਕਿ ਨੀਲ ਗਰਗ ਜੀ ਦੇ ਪਾਰਟ ਤੇ ਆਮ ਆਦਮੀ ਪਾਰਟੀ ਦੇ ਉੱਤੇ ਜੇ ਇੱਕ ਕੰਟਰੋਵਰਸੀ ਉੱਠੀ ਹੈ ਔਰ ਇੱਕ ਵਿਅਕਤੀ ਕਹਿੰਦੇ ਮੈਂ ਤੇ ਗ੍ਰਿਫਤਾਰ ਨਹੀਂ ਹੋਇਆ ਔਰ ਦੂਜੇ ਪਾਸੇ ਮੁੱਖ ਮੰਤਰੀ ਜੀ ਕਹਿੰਦੇ ਨੇ ਕਿ ਗ੍ਰਿਫਤਾਰ ਹੋਇਆ। ਮੁੱਖ ਮੰਤਰੀ ਦੀ ਗੱਲ ਤੇ ਵਿਸ਼ਵਾਸ ਕਰਨ ਨੂੰ ਤਿਆਰ ਹੈਗੇ ਆ, ਜੇ ਐਕਚੁਅਲੀ ਕੰਟਰੋਵਰਸੀ ਉੱਠੀ ਹੈ ਤੇ ਫਿਰ ਕਿਉਂ ਨਹੀਂ ਆਪਣੇ DGP ਸਾਹਿਬ ਦੀ ਸਟੇਟਮੈਂਟ ਦਿੰਦੇ। ਆਮ ਆਦਮੀ ਪਾਰਟੀ ਕੁਲਦੀਪ ਬੈਦ ਸਾਹਿਬ ਵੀ ਸਾਡੇ ਨਾਲ ਨੇ। ਸਰੀਨ ਸਾਹਿਬ, ਕੁਲਦੀਪ ਬੈਦ ਸਾਹਿਬ ਸਾਡੇ ਨਾਲ ਨੇ। ਬੈਦ ਸਾਹਿਬ ਇਹ ਜਿਹੜਾ ਸਿਨੈਰੀਓ, ਇੱਕ ਮਿੰਟ ਸਰੀਨ ਸਾਹਿਬ, ਇੱਕ ਮਿੰਟ ਆ ਰਿਹਾ, ਵਾਪਸ ਆ ਰਿਹਾ, ਤੁਹਾਡੇ ਕੋਲ ਆ ਰਿਹਾ। ਵੈਦ ਸਾਹਿਬ ਇਹ ਸਿਨੈਰੀਓ ਜਿਹੜਾ ਹੈਗਾ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਤਾਂ ਸਾਫ਼ ਕਹਿਤਾ ਕਿ ਪਾਰਟੀ ਦੇ ਬੁਲਾਰੇ ਗੱਲਾਂ ਕਰ ਰਹੇ ਨੇ ਔਰ ਉਹੀ ਸਵਾਲ ਅਨਿਲ ਸਰੀਨ ਵੀ ਚੱਕ ਰਹੇ ਨੇ ਬੀਜੇਪੀ ਵੱਲੋਂ ਕਿ ਆਫੀਸ਼ੀਅਲ ਸਟੇਟਮੈਂਟ ਕਿਉਂ ਨਹੀਂ ਆ ਰਹੀ। ਦੇਖੋ ਬਿਲਕੁਲ ਕਲੀਅਰ ਹੈ ਇਹ ਗੱਲ। ਜਿਹੜੀ ਅਨਿਲ ਸਰੀਨ ਸਾਹਿਬ ਨੇ ਗੱਲ ਪਹਿਲਾਂ ਕਹੀ ਹੈ ਇਹ ਦਰੁਸਤ ਹੈ ਕਿ ਅਸੀਂ ਲੋਕ ਚੀਫ ਮਿਨਿਸਟਰ ਦੀ ਕਿਸੇ ਵੀ ਸਟੇਟਮੈਂਟ ਤੇ ਵਿਸ਼ਵਾਸ ਕਰਨ ਨੂੰ ਤਿਆਰ ਹੈ। ਆਮ ਲੋਕ ਵੀ ਜਦੋਂ ਕੋਈ ਚੀਫ ਮਿਨਿਸਟਰ ਸਟੇਟਮੈਂਟ ਦਿੰਦਾ ਹੈ ਉਹ ਸਮਝਦੇ ਨੇ ਕਿ ਇਸ ਸਟੇਟਮੈਂਟ ਦੇ ਵਿੱਚ ਬਹੁਤ ਸੱਚਾਈ ਹੋਈ। ਲੇਕਿਨ ਜਿਹੜੀ 2 ਦਿਨ ਦੀ ਕੰਟਰੋਵਰਸੀ ਹੋਈ ਹੈ, ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਨੇ ਗੁਜਰਾਤ ਦੀ ਇਲੈਕਸ਼ਨ ਦੇ ਵਿੱਚ ਇਹ ਡਿਕਲੇਅਰ ਕੀਤਾ ਕਿ ਜੀ ਅਸੀਂ ਗੋਲਡੀ ਬਰਾੜ ਫੜ ਲਿਆ ਤੇ ਅਸੀਂ ਉਹਨੂੰ ਜਲਦੀ ਇੱਥੇ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ। ਅਸੀਂ ਮੰਨਦੇ ਹਾਂ ਕਿ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ, ਬਟ ਜੋ ਕੰਟਰੋਵਰਸੀ ਚੱਲੀ ਹੈ ਇਹਨਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਦੀ ਬਜਾਏ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਲੋਕਾਂ ਨੂੰ ਆ ਕੇ ਕਲੀਅਰ ਕਰਨਾ ਚਾਹੀਦਾ ਕਿ ਕਿਹੋ ਜਿਹੀ ਸਿਚੁਏਸ਼ਨ ਹੈ। ਹੁਣ ਸਾਨੂੰ ਤਾਂ ਪਤਾ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਨੇ ਕਿਹੜਾ ਡੋਜ਼ੀਅਰ ਮੰਗਿਆ ਜਾਂ ਨਹੀਂ ਮੰਗਿਆ, ਗਵਰਨਮੈਂਟ ਆਫ ਆਪਣੀ ਅਮਰੀਕਾ ਨੇ ਉਹਨੂੰ ਫੜਿਆ ਜਾਂ ਨਹੀਂ ਫੜਿਆ ਜਾਂ ਉਹਨੂੰ ਸਰਵੇਲੈਂਸ ਤੇ ਰੱਖਿਆ। ਇਹ ਸਾਰੀਆਂ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ, ਚੀਫ ਮਿਨਿਸਟਰ ਸਾਹਿਬ ਨੂੰ ਆ ਕੇ ਕਲੈਰੀਫਾਈ ਕਰਨੀਆਂ ਚਾਹੀਦੀਆਂ। ਜੇ ਉਹ ਕਲੈਰੀਫਾਈ ਨਹੀਂ ਕਰਦੇ ਤਾਂ ਸਾਨੂੰ ਉਹਨਾਂ ਦੀ ਹਰ ਸਟੇਟਮੈਂਟ ਦੇ ਉੱਤੇ ਸ਼ੱਕ ਹੁੰਦਾ ਇਹ ਸਾਰਾ ਕੁਝ ਪੋਲੀਟੀਕਲੀ ਮੋਟੀਵੇਟਡ ਸੀ, ਕਿਉਂਕਿ ਉੱਥੇ ਗੁਜਰਾਤ ਦੀ ਇਲੈਕਸ਼ਨ ਚੱਲਦੀ ਸੀ। ਇਸ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ ਕੁਝ ਸਟੇਟਮੈਂਟ ਦਿੱਤੀ। ਚਾਹੀਦਾ ਹੈ ਕਿ ਪੰਜਾਬ ਦੇ ਚੀਫ ਮਿਨਿਸਟਰ ਨੂੰ ਅੱਗੇ ਆ ਕੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਡਿਟੇਲ ਦੇ। ਬੀਜੇਪੀ ਤੇ ਕਾਂਗਰਸ ਦੋਵੇਂ ਇਹ ਗੱਲ ਕਹਿ ਰਹੇ ਨੇ ਕਿ ਕਿਉਂਕਿ ਕੰਟਰੋਵਰਸੀ ਹੈਗੀ ਹੈ, ਅਜਿਹੇ ਵਿੱਚ ਸਿਰਫ ਪਾਰਟੀ ਸਪੋਕਸ ਪਰਸਨ ਨਹੀਂ, ਆਫੀਸ਼ੀਅਲ ਇਹ ਡਿਕਲੇਅਰ ਹੋਣਾ ਚਾਹੀਦਾ ਔਰ ਪ੍ਰੋਪਰ ਚੈਨਲ ਦੇ ਥਰੂ ਡਿਕਲੇਅਰ ਹੋਣਾ ਚਾਹੀਦਾ ਹੈ ਕਿ ਹਾਂ ਅਸੀਂ ਗੋਲਡੀ ਬਰਾੜ ਨੂੰ ਡਿਟੇਨ ਕੀਤਾ। ਤੁਸੀਂ ਵੀ ਉਸ ਗੱਲ ਨੂੰ ਕਹਿ ਰਹੇ ਹੋ, ਪਰ ਆਫੀਸ਼ੀਅਲੀ ਡਿਕਲੇਅਰ ਕਿਉਂ ਨਹੀਂ? ਔਰ ਇਸ ਦੇ ਵਿੱਚ ਦੇਸ਼ ਦੀ ਸੁਰੱਖਿਆ, ਜਿਹੜਾ ਤੁਸੀਂ ਸਵਾਲ ਚੱਕ ਰਹੇ ਸੀਗੇ, ਦੇਸ਼ ਦੀ ਸੁਰੱਖਿਆ ਤਾਂ ਸਗੋਂ ਇਸ ਦੇ ਨਾਲ ਮਜ਼ਬੂਤ ਹੋਏਗੀ ਜੇਕਰ ਇਸ ਗੱਲ ਨੂੰ ਆਫੀਸ਼ੀਅਲੀ ਡਿਕਲੇਅਰ ਕੀਤਾ ਜਾਏਗਾ ਕਿ ਗੋਲਡੀ ਬਰਾੜ ਵਰਗਾ ਇੱਕ ਗੈਂਗਸਟਰ ਜਿਹੜਾ ਹੈਗਾ ਉਹ US ਜਾ ਕੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਉਸਨੂੰ ਡਿਟੇਨ ਕਰ ਲਿਆ ਸੀ। ਇਸ ਦੇ ਨਾਲ ਤਾਂ ਲੋਕਾਂ ਦੇ ਵਿੱਚ ਜਿਹੜਾ ਹੈਗਾ ਹੋਰ ਜ਼ਿਆਦਾ ਯਕੀਨ ਜਿਹੜਾ ਹੈਗਾ ਸਰਕਾਰ ਦੇ ਲਈ ਵਧੇਗਾ। ਫਿਰ ਇਸ ਦੇ ਵਿੱਚ ਸੁਰੱਖਿਆ ਦਾ ਕਿਹੜਾ ਸਵਾਲ ਹੈ? ਦੇਖੋ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਕਿ ਆਫੀਸ਼ੀਅਲ ਸਟੇਟਮੈਂਟ ਵੀ ਜੋ ਕੁਝ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਬਿਲਕੁਲ ਆਏਗੀ ਔਰ ਆਉਣੀ ਚਾਹੀਦੀ ਹੈਗੀ ਹੈ, ਬਿਲਕੁਲ ਆਏਗੀ। ਲੇਕਿਨ ਮੈਂ ਸਰੀਨ ਸਾਹਿਬ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ। ਇਹ ਉਹੀ ਸਰੀਨ ਸਾਹਿਬ ਨੇ ਜਦੋਂ ਹਰ ਇੱਕ ਚੀਜ਼ ਨੂੰ ਜਿਹੜੀ ਇਹਨਾਂ ਦੀ ਬੀਜੇਪੀ ਦੀ ਸਰਕਾਰ ਹੈ ਜਾਂ ਬੀਜੇਪੀ ਦੇਸ਼ ਦੀ ਸੁਰੱਖਿਆ ਨਾਲ ਜੋੜ ਕੇ ਉਸ ਦੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਹੋ ਜਾਂਦੇ ਆ। ਈਵਨ ਜਾਨੀ ਕਿ ਲੋਕਾਂ ਨੇ ਹਜ਼ਾਰਾਂ RTIਆਂ ਪਾਈਆਂ ਹੋਈਆਂ, ਉਹਦਾ ਵੀ ਇਹ ਜਵਾਬ ਨਹੀਂ ਦਿੰਦੇ। ਤੁਸੀਂ ਪੁਲਵਾਮਾ ਨੂੰ ਕੇਸ ਨੂੰ ਭੁੱਲ ਸਕਦੇ ਹੋ? ਉਸ ਪੁਲਵਾਮਾ ਕੇਸ ਦੇ ਵਿੱਚ ਸਾਡੇ ਕਿੰਨੇ ਜਵਾਨ ਸ਼ਹੀਦ ਹੋਏ ਸੀ। 650 ਕਿਲੋ RDS ਕਿਵੇਂ ਆਇਆ? ਉਸ ਟਾਈਮ ਤੇ ਜਦੋਂ ਲੋਕਾਂ ਨੇ ਪੁੱਛਿਆ ਤੇ ਇਹਨਾਂ ਨੇ ਸਿਰਫ ਇੱਕੋ ਹੀ ਗੱਲ ਆਖੀ ਕਿ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ, ਇਸ ਕਰਕੇ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਉਹਦੇ ਵਿੱਚ ਸਾਡੇ 80 ਤੋਂ ਵੱਧ ਜਿਹੜੇ ਜਵਾਨ ਉਹ ਸ਼ਹੀਦ ਹੋ ਗਏ ਸੀ। ਅੱਜ ਉਹਨਾਂ ਗੱਲਾਂ ਨੂੰ ਤਕਰੀਬਨ 3 ਸਾਲ ਤੋਂ 3.5 ਸਾਲ ਤੋਂ ਵੱਧ ਹੋ ਗਿਆ। ਉਸ ਦਾ ਕੀ ਬਣਿਆ ਕੀ ਨਹੀਂ ਬਣਿਆ ਅੱਜ ਤੱਕ ਕੁਝ ਨਹੀਂ ਪਤਾ। ਸੋ ਇਹ ਇਹੋ ਜਿਹੇ ਸਵਾਲ ਨਾ ਉਠਾਉਣ। ਔਰ ਦੂਸਰੀ ਗੱਲ ਹੈਗੀ ਹੈ, ਇਹ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਦਾ ਹੀ ਸਕਸੈਸ ਹੈਗਾ ਕਿ
ਕਰਕੇ ਅਸੀਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ, ਇਨਫੋਰਮੇਸ਼ਨਾਂ ਦਿੱਤੀਆਂ। ਵਰਨਾ ਇਹ ਕੰਮ ਜਿਹੜਾ ਕੇਂਦਰ ਸਰਕਾਰ ਦਾ ਹੈਗਾ, ਕਿਉਂਕਿ ਜਦੋਂ ਇੰਟਰਨੈਸ਼ਨਲ ਸੰਬੰਧ ਦੇ ਵਿੱਚ ਕੋਈ ਗੈਂਗਸਟਰ ਜਾਂ ਕੋਈ ਅੱਤਵਾਦੀ ਹੈਗਾ ਕਿਸੇ ਬਾਹਰ, ਤੇ ਉਸ ਦੇ ਵਿੱਚ ਸਾਰਿਆਂ ਤੋਂ ਵੱਡਾ ਰੋਲ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦਾ ਹੁੰਦਾ। ਕੇਂਦਰ ਸਰਕਾਰ ਨੇ ਸਾਰਾ ਕੁਝ ਇਨੀਸ਼ੀਏਟਿਵ ਲੈ ਕੇ ਉਸਦਾ ਕਰਨਾ ਹੁੰਦਾ, ਕਿਉਂਕਿ ਪੰਜਾਬ ਸਰਕਾਰ ਸਿੱਧੇ ਤੌਰ ਤੇ ਕੁਝ ਕਰ ਨਹੀਂ ਸਕਦੀ। ਇਸ ਦੇ ਬਾਵਜੂਦ ਜੇ ਪੰਜਾਬ ਸਰਕਾਰ ਨੇ ਐਸੇ ਇਨੀਸ਼ੀਏਟਿਵ ਲਏ ਨੇ, ਗ੍ਰਿਫਤਾਰ ਕੀਤੇ ਨੇ, ਔਰ ਸਿੱਧੂ ਮੂਸੇਵਾਲਾ ਦੇ ਕੇਸ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਉਸ ਦੇ ਵਿੱਚ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਲੋਕ ਸੀ, ਉਸ ਦੇ ਕਤਲ ਦੇ ਵਿੱਚ 29 ਲੋਕਾਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈਗਾ। ਇਹ ਸੀਨ ਸਾਹਿਬ ਦੀ ਸਰਕਾਰ ਰਹੀ ਹੈ, ਉਸ ਟਾਈਮ ਤੇ ਵੀ ਬਹੁਤ ਸਾਰੇ ਲੋਕ ਮਾਰੇ ਗਏ ਸੀ। ਅੱਜ ਤੱਕ ਕਿੰਨੇ ਕੁ ਵਾਰੀ ਹੋਇਆ ਕਿ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੋਵੇ ਜਾਂ ਕੋਈ ਕਾਰਵਾਈ ਹੋਈ ਹੋਵੇ? ਇਹ ਬੈਠੇ ਨੇ ਆਪਣੇ ਵੈਦ ਸਾਹਿਬ, ਇੱਕ ਜ਼ਿੰਮੇਵਾਰ ਅਹੁਦੇ ਤੇ ਰਹੇ ਨੇ, ਸਰਕਾਰੀ ਅਹੁਦੇ ਤੇ ਰਹੇ ਨੇ, ਇਹਨਾਂ ਨੂੰ ਸਾਰੀਆਂ ਪ੍ਰੋਸੈਸ ਦਾ ਪਤਾ ਹੈਗਾ। ਅੱਜ ਸਿਰਫ ਇਹ ਰਾਜਨੀਤਿਕ ਗੱਲਾਂ ਕਰ ਰਹੇ ਹੈਗੇ, ਠੀਕ ਹੈ ਨਾ। ਇਹਨਾਂ ਦੀ ਸਰਕਾਰ ਚ ਵੀ ਕੀ ਹੁੰਦਾ ਹੋਇਆ ਉਹ ਸਾਰਿਆਂ ਨੂੰ ਪਤਾ ਹੈਗਾ। ਵੈਦ ਸਾਹਿਬ ਨੂੰ ਪੁੱਛ ਰਹੇ ਨੇ, ਵੈਦ ਸਾਹਿਬ ਇਹ ਸਿਨੈਰੀਓ ਜਿਹੜਾ ਹੈਗਾ ਸੀਐਮ ਜਦੋਂ ਸਟੇਟਮੈਂਟ ਦਿੰਦੇ ਨੇ ਉਹ ਇੱਥੋਂ ਆਪਣੀ ਸਟੇਟਮੈਂਟ ਦੀ ਸ਼ੁਰੂਆਤ ਕਰਦੇ ਨੇ, ਐਜ਼ ਅ ਸਟੇਟ ਆਫ ਹੈਡ ਮੈਂ ਕਨਫਰਮ ਕਰ ਰਿਹਾ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ ਅਮਰੀਕਾ ਦੇ ਵਿੱਚ। ਉਸ ਤੋਂ ਬਾਅਦ ਦਾ ਪ੍ਰੋਸੈਸ ਜਿਹੜਾ ਹੈਗਾ ਉਹ ਕਿੰਨਾ ਕੁ ਰਹਿ ਜਾਂਦਾ ਹੈ, ਕਿਉਂਕਿ ਤੁਸੀਂ ਐਜ਼ ਐਨ ਆਫੀਸਰ ਵੀ ਬਿਊਰੋਕ੍ਰੇਸੀ ਦੇ ਵਿੱਚ ਵੀ ਰਹੇ ਹੋ। ਸੁਣ ਚਲੋ ਜੀ, ਜਿਹੜੇ ਭਾਈ ਸਾਹਿਬ ਗੱਲ ਕਰ ਰਹੇ ਨੇ ਕਿ ਮੈਨੂੰ ਪਤਾ, ਬਿਲਕੁਲ ਸਾਨੂੰ ਸਾਰੀ ਡਿਟੇਲਸ ਪਤਾ ਹੈ, ਲੇਕਿਨ ਇੱਥੇ ਕੰਟਰੋਵਰਸੀ ਇਹ ਨਹੀਂ ਕਿ ਪ੍ਰੋਸੀਜਰ ਕੀ ਅਡਾਪਟ ਕਰਨਾ ਹੈ। ਉਹ ਰੈਡ ਕਾਰਨਰ ਨੋਟਿਸ ਇਸ਼ੂ ਕਰਨਾ ਆ, ਆਪਣਾ ਇੰਟਰਪੋਲ ਨੂੰ ਇਨਫੋਰਮੇਸ਼ਨ ਜਾਂਦੀ ਹੈ, ਠੀਕ ਹੈ, ਉਹ ਸਾਰਾ ਪ੍ਰੋਸੈਸ ਹੈ, ਉਹ ਤਾਂ ਕਰਨਾ ਹੀ ਪੈਣਾ। ਉਹ ਤਾਂ ਹਰ ਸਰਕਾਰ ਜਦੋਂ ਵੀ ਕੋਈ ਇਹੋ ਜਿਹੀ ਕੋਈ ਵਾਰਦਾਤ ਹੁੰਦੀ ਹੈ ਜਾਂ ਕਿਸੇ ਗੈਂਗਸਟਰ ਜਾਂ ਕਿਸੇ ਨੂੰ ਪਕੜਨਾ ਹੁੰਦਾ, ਚਾਹੇ ਕੋਈ ਕ੍ਰਾਈਮ ਹੋਇਆ ਹੈ, ਉਹਦੇ ਵਾਸਤੇ ਸਾਰੇ ਪ੍ਰੋਸੀਜਰ ਅਡਾਪਟ ਹੁੰਦੇ ਨੇ। ਮਸਲਾ ਤੇ ਇਹ ਹੈ ਕਿ ਕੀ ਗੋਲਡੀ ਬਰਾੜ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ, ਇਹਦੀ ਔਥੈਂਟਿਸਿਟੀ ਹਾਲੇ ਤੱਕ ਨਹੀਂ ਆ ਰਹੀ। ਮੈਂ ਪਹਿਲਾਂ ਵੀ ਕਿਹਾ, ਮੈਂ ਕੱਲ ਵੀ ਕਿਹਾ ਸੀ ਕਿ ਅਸੀਂ ਸਾਰੇ ਲੋਕ irrespective of any political party ਚੀਫ ਮਿਨਿਸਟਰ ਸਾਹਿਬ ਦੇ ਬਿਆਨ ਦੀ ਉਹਨੂੰ ਐਜ਼ ਇਟ ਇਜ਼ ਮੰਨਦੇ ਆ ਕਿ ਜੋ ਚੀਫ ਮਿਨਿਸਟਰ ਸਾਹਿਬ ਕਹਿ ਰਹੇ ਨੇ ਉਹ ਠੀਕ ਹੈ। ਗੱਲ ਤਾਂ ਕੰਟਰੋਵਰਸੀ ਰਾਈਜ਼ ਹੋਈ ਹੈ। ਮੈਂ ਚਾਹੂੰਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਆ ਕੇ ਪ੍ਰੈਸ ਕਾਨਫਰੰਸ ਕਰਨ, ਇਹ ਸਾਰੀ ਚੀਜ਼ ਦਾ ਕਲੈਰੀਫਿਕੇਸ਼ਨ ਦੇਣ ਕਿ ਜੋ ਘਟਨਾਵਾਂ ਹੋਈਆਂ ਕੀ ਵਾਕਈ ਲੋਕ ਫੜਿਆ ਗਿਆ, ਕਿਉਂਕਿ ਗੁਜਰਾਤ ਵਿੱਚ ਤਾਂ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਕਿ ਉਹਨੂੰ ਫੜ ਲਿਆ ਗਿਆ। ਹੁਣ ਉਹਨਾਂ ਨੇ ਕਿਹੜੇ ਤੱਥਾਂ ਦੇ ਉੱਤੇ, ਕਿਹੜੇ ਤੱਥਾਂ ਦੇ ਆਧਾਰ ਦੇ ਉੱਤੇ ਕਿਹਾ ਕਿ ਫੜ ਲਿਆ, ਉਹ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰ ਦੇਣ। ਬਿਲਕੁਲ ਠੀਕ ਹੈ। ਸਾਰਾ ਕੁਝ ਕਲੀਅਰ ਹੋ ਜਾਏਗਾ। ਜਿਹੜਾ ਹੈਗਾ ਜਿਸ ਦੇ ਵਿੱਚ ਕੰਟਰੋਵਰਸੀ ਸ਼ੁਰੂ ਹੁੰਦੀ ਹੈ, ਜੇਕਰ ਕਿਤੇ ਵੀ 1% ਵੀ ਇਹ ਹੈਗਾ ਕਿ ਮੁੱਖ ਮੰਤਰੀ ਵਾਲੀ ਗੱਲ ਕਨਫਰਮ ਨਹੀਂ ਹੈਗੀ, ਕਿਉਂਕਿ ਇਹ ਮਸਲਾ ਜਿਹੜਾ ਹੈਗਾ ਨੀਲ ਗਰਗ ਸਾਹਿਬ ਵੀ ਕਹਿ ਰਹੇ ਨੇ ਕਿ ਸੈਂਟਰ ਜਿਹੜਾ ਹੈਗਾ, ਸੈਂਟਰ ਦੀ ਇਨਵੋਲਵਮੈਂਟ ਵੀ ਕਿਤੇ ਨਾ ਕਿਤੇ ਪਾਰਟੀ ਵੀ ਕਹਿ ਰਹੀ ਹੈ, ਆਮ ਆਦਮੀ ਪਾਰਟੀ ਬੁਲਾਰੇ ਨੇ ਕਿਹਾ ਕਿ ਡਿਟੇਨ ਹੋ ਗਿਆ ਪਰ ਅੱਗੇ ਦੀ ਕਾਰਵਾਈ ਕੇਂਦਰੀ ਏਜੰਸੀਆਂ ਦੀ ਹੈ। ਡਿਟੇਨ ਹੋਣ ਦੀ ਕੋਈ ਖਬਰ ਨਹੀਂ ਹੈ ਜੀ। ਅਨਿਲ ਸਿੰਘ ਸਾਹਿਬ, ਕੇਂਦਰ ਦੇ ਵੱਲੋਂ ਵੀ ਕੋਈ ਇਸ ਤਰੀਕੇ ਦਾ ਆਫੀਸ਼ੀਅਲ ਸਟੇਟਮੈਂਟ ਜਿਹੜਾ ਹੈਗਾ ਉਹ ਜਾਰੀ ਨਹੀਂ ਕੀਤਾ ਗਿਆ ਕਿ ਉਹ ਡਿਟੇਨ ਨਹੀਂ ਹੋਇਆ। ਆਫੀਸ਼ੀਅਲ ਸਟੇਟਮੈਂਟ ਦੀ ਗੱਲ ਅਸੀਂ ਕਰ ਰਹੇ ਹਾਂ ਕਿ ਹੁਣੇ ਅਨਿਲ ਗਰਗ ਸਾਹਿਬ ਸਿਕਿਉਰਿਟੀ ਦਾ ਹਵਾਲਾ ਦੇ ਰਹੇ ਸਨ, ਤੇ ਜੇ ਅੱਜ ਭਗਵੰਤ ਮਾਨ ਜੀ ਨੂੰ ਉਹਦੀ ਰੀਅਫਰਮ ਕਰਨ ਚ ਸਿਕਿਉਰਿਟੀ ਰਿਸਕ ਔਰ ਸਾਰਾ ਜਿਹੜਾ ਹੈ, ਜਦੋਂ ਡਿਸਕਲੋਜ਼ ਕੀਤਾ ਸੀਗਾ ਕਿ ਉਹਨੂੰ ਫੜ ਲਿਆ, ਉਦੋਂ ਸਿਕਿਉਰਿਟੀ ਰਿਸਕ ਨਹੀਂ ਉਹਨੂੰ ਦਿਖਿਆ। ਨਹੀਂ, ਪਰ ਮੇਰਾ ਸਵਾਲ ਕੁਝ ਹੋਰ ਹੈ ਸਰੀਨ ਸਾਹਿਬ। ਮੇਰਾ ਸਵਾਲ ਇਹ ਹੈ, ਜੇ ਭਗਵੰਤ ਮਾਨ ਸਾਹਿਬ ਦੀ ਗੱਲ ਵਿੱਚ ਦਮ ਨਹੀਂ ਹੈਗਾ ਜਾਂ ਉਹ ਗੱਲ ਕਿਤੇ ਨਾ ਕਿਤੇ ਕਲੈਰੀਫਾਈ ਨਹੀਂ ਹੈਗੀ, ਤਾਂ ਸੈਂਟਰ ਗਵਰਨਮੈਂਟ, ਸੈਂਟਰ ਏਜੰਸੀਜ਼ ਦੇ ਵੱਲੋਂ ਵੀ ਕੋਈ ਬਿਆਨ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਉਸ ਨੂੰ ਡਿਟੇਨ ਨਹੀਂ ਕੀਤਾ ਗਿਆ। ਗਗਨ ਜੀ, ਨਹੀਂ ਤੁਹਾਡੇ ਕੋਲ ਇਹ ਨਹੀਂ ਆਇਆ ਕਿ ਡਿਟੇਨ ਕੀਤਾ। ਜਿਹੜੇ ਬੰਦੇ ਨੇ ਡਿਸਕਲੋਜ਼ ਕੀਤਾ ਪਬਲਿਕਲੀ ਕਿ ਉਹ ਡਿਟੇਨ ਕੀਤਾ ਹੈਗਾ, ਤਾਂ ਉਹਦਾ ਸਪਸ਼ਟੀਕਰਨ ਤਾਂ ਉਹੀ ਦੇਗਾ। ਬਿਲਕੁਲ। ਜਦ ਔਰ ਕਿਸੇ ਅਸੀਂ ਇਹ ਕਹਿ ਰਹੇ ਹੈਗੇ ਆ, ਅਸੀਂ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਨੇ, ਇਕੱਲੇ ਆਮ ਆਦਮੀ ਪਾਰਟੀ ਦੇ ਨੀਲ ਗਰਗ ਦੇ ਮੁੱਖ ਮੰਤਰੀ ਨਹੀਂ, ਸਾਡੇ ਸਾਰੇ ਪੰਜਾਬ ਦੇ ਮੁੱਖ ਮੰਤਰੀ ਨੇ। ਬਿਲਕੁਲ। ਔਰ ਇਹਨਾਂ ਦੀ ਸਾਖ ਦਾ ਤੇ ਲੱਗੇ, ਇਹ ਸਾਰੇ ਪੰਜਾਬੀਆਂ ਵਾਸਤੇ ਸ਼ਰਮ ਦੀ ਗੱਲ ਹੈ। ਔਰ ਇਸ ਕਰਕੇ ਭਗਵੰਤ ਮਾਨ ਜੀ ਨੂੰ ਆਪਣੀ ਹੋਇਆ ਔਰ ਇਹ ਜਿਹੜੀਆਂ ਖਬਰਾਂ, ਜਿਹੜਾ ਇੱਕ ਆਡੀਓ ਆਇਆ ਹੈਗਾ ਜਾਂ ਵੀਡੀਓ ਆਇਆ ਹੈਗਾ ਜਿਹੜਾ ਗੋਲਡੀ ਬਰਾੜ ਦਾ, ਇਹ ਬੇਬੁਨਿਆਦ ਹੈ, ਗਲਤ ਹੈਗਾ। ਇਹ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ। ਪਰ ਕਿਤੇ ਨਾ ਕਿਤੇ ਸਰੀਨ ਸਾਹਿਬ ਇਹ ਸਵਾਲ ਵੀ ਬਰਕਰਾਰ ਰਹੇਗਾ ਕਿ ਸਟੇਟ ਦੇ ਸੀਐਮ ਨੇ ਜੇ ਮਿਸ ਇਨਫੋਰਮ ਕੀਤਾ ਹੈ ਤਾਂ ਫਿਰ ਸੈਂਟਰ ਵੀ ਸਟੈਪ ਚੱਕ ਸਕਦਾ ਹੈ, ਔਰ ਸੈਂਟਰ ਵੀ ਇਹ ਕਹਿ ਸਕਦਾ ਹੈ ਕਿ ਮਿਸ ਇਨਫੋਰਮ ਨਾ ਕੀਤਾ ਜਾਵੇ, ਗਲਤ ਇਨਫੋਰਮੇਸ਼ਨ ਨਾ ਦਿੱਤੀ ਜਾਵੇ। ਐਕਚੁਅਲ ਪੋਜੀਸ਼ਨ ਇਹ ਹੈਗੀ ਹੈ, ਇਹ ਵੀ ਹੋ ਸਕਦਾ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਸਰੀਨ ਸਾਹਿਬ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ। ਗਰਗ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਵੈਦ ਸਾਹਿਬ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਦੇ ਲਈ। ਗੋਲਡੀ ਬਰਾੜ ਦੇ ਮਸਲੇ ਤੇ, ਗੋਲਡੀ ਬਰਾੜ ਡਿਟੇਨ ਹੋਇਆ ਜਾਂ ਨਹੀਂ ਹੋਇਆ, ਇਸ ਨੂੰ ਲੈ ਕੇ ਸਵਾਲ ਬਰਕਰਾਰ ਨੇ, ਔਰ ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਹਾਲਾਂਕਿ ਬੁਲਾਰੇ ਇਹ ਕਹਿ ਰਹੇ ਨੇ ਕਿ ਸਟੇਟਮੈਂਟ ਜਾਰੀ ਹੋਣੀ ਚਾਹੀਦੀ ਹੈ, ਸਰਕਾਰ ਨੂੰ ਸਟੇਟਮੈਂਟ ਜਾਰੀ ਕਰਨੀ ਚਾਹੀਦੀ ਹੈ। ਪਰ ਉਹ ਸਟੇਟਮੈਂਟ ਕਦੋਂ ਜਾਰੀ ਹੋਏਗੀ, ਕਿਉਂਕਿ ਵਿਰੋਧੀ ਧਿਰਾਂ ਦਾ ਸਵਾਲ ਇੱਕੋ ਹੈ ਕਿ ਆਫੀਸ਼ੀਅਲੀ ਆਥੈਂਟਿਕ ਸਟੇਟਮੈਂਟ ਜਾਰੀ ਹੋਵੇ। ਠੀਕ ਹੈ, ਸੀਐਮ ਨੇ ਕਿਹਾ
ਪਰ ਉਹ ਸੀਐਮ ਨੇ ਜਿਸ ਵੇਲੇ ਕਿਹਾ ਉਸ ਦੀ ਟਾਈਮਿੰਗ ਗੁਜਰਾਤ ਇਲੈਕਸ਼ਨ ਦੇ ਨਾਲ ਜੁੜਦੀ ਹੈ ਜਾ ਕੇ। ਇਸ ਕਰਕੇ ਵਿਰੋਧੀ ਧਿਰਾਂ ਸਵਾਲ ਚੁੱਕ ਰਹੀਆਂ ਨੇ ਕਿ ਹੁਣ ਜੇ ਗੋਲਡੀ ਬਰਾੜ ਡਿਟੇਨ ਹੈ ਤਾਂ ਉਸ ਦੀ ਆਫੀਸ਼ੀਅਲ ਆਥੈਂਟਿਕ ਇਨਫੋਰਮੇਸ਼ਨ ਥਰੂ ਪ੍ਰੋਪਰ ਚੈਨਲ ਦਾ ਮਤਲਬ ਜਾਂ ਤਾਂ ਪੰਜਾਬ ਪੁਲਿਸ ਦੇ ਮੁਖੀ ਜਾਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਵਿੱਚ ਆ ਕੇ ਇਸ ਤਰੀਕੇ ਦਾ ਬਿਆਨ ਜਾਰੀ ਕਰਨ ਔਰ ਬਿਆਨ ਜਾਰੀ ਕੀਤਾ ਜਾਵੇ ਬਕਾਇਦਾ ਕਿ ਗੋਲਡੀ ਬਰਾੜ ਨੂੰ ਡਿਟੇਨ ਕੀਤਾ ਗਿਆ, ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਇਹ ਦੁਚਿੱਤੀ ਪੈਦਾ ਹੋਈ ਹੈ ਇਸ ਨੂੰ ਜਿਹੜਾ ਹੈਗਾ ਰੋਕਿਆ ਜਾ ਸਕੇਗਾ। ਕਿਉਂ ਇਹ ਦੁਚਿੱਤੀ ਹੋਈ ਹੈ? ਕਿਉਂਕਿ ਕੁਝ ਥਾਂ ਤੇ ਦਾਅਵਾ ਕੀਤਾ ਗਿਆ ਹੈ ਕਿ ਗੋਲਡੀ ਬਰਾੜ ਨੇ ਫੋਨ ਤੇ ਇਹ ਗੱਲ ਕਹੀ ਹੈ ਕਿ ਉਸ ਨੂੰ ਨਾ ਡਿਟੇਨ ਕੀਤਾ ਗਿਆ ਨਾ ਹਿਰਾਸਤ ਵਿੱਚ ਲਿਆ ਗਿਆ। ਉਸ ਤੋਂ ਬਾਅਦ ਜਿਹੜਾ ਹੈਗਾ ਸਿਚੁਏਸ਼ਨ ਥੋੜੀ ਜੀ ਕੰਟਰੋਵਰਸ਼ੀਅਲ ਹੋਈ ਹੈ। ਔਰ ਜੇਕਰ ਇਹ ਕੰਟਰੋਵਰਸੀ ਹੈਗੀ ਹੈ ਤਾਂ ਇਸ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਲਈ ਵੀ ਸਵਾਲ ਹੈ ਕਿ ਜੇਕਰ ਇਹ ਕੰਟਰੋਵਰਸੀ ਬੇਸਲੈਸ ਹੈਗੀ ਹੈ ਫਿਰ ਤਾਂ ਉਸ ਦਾ ਜਵਾਬ ਵੀ ਸੈਂਟਰ ਦੇ ਸਕਦਾ, ਔਰ ਜੇਕਰ ਇਸ ਦਾ ਕੋਈ ਬੇਸ ਹੈਗਾ ਕੰਟਰੋਵਰਸੀ ਦਾ, ਜੇ ਗੋਲਡੀ ਬਰਾੜ ਨੂੰ ਡਿਟੇਨ ਨਹੀਂ ਕੀਤਾ ਗਿਆ ਤਾਂ ਜ਼ਿਆਦਾ ਇਨਫੋਰਮੇਸ਼ਨ ਸੈਂਟਰਲ ਏਜੰਸੀਜ਼ ਦੇ ਕੋਲ ਹੁੰਦੀ ਹੈ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਹੁੰਦੀ ਹੈ, ਉਹ ਵੀ ਇਸ ਗੱਲ ਦਾ ਖੰਡਨ ਕਰ ਸਕਦੇ ਨੇ ਔਰ ਉਹ ਇਸ ਦੇ ਲਈ ਬਕਾਇਦਾ ਕੁਐਸਚਨ ਵੀ ਕਰ ਸਕਦੇ ਨੇ, ਸਟੇਟ ਨੂੰ ਵੀ ਕੁਐਸਚਨ ਕਰ ਸਕਦੇ ਨੇ। ਸੈਂਟਰ ਗਵਰਨਮੈਂਟ ਕਿਤੇ ਨਾ ਕਿਤੇ ਕੁਐਸਚਨ ਤਾਂ ਕਰ ਹੀ ਸਕਦੀ ਹੈ ਕਿ ਸੀਐਮ ਇਨਫੋਰਮ ਕਰ ਰਹੇ ਨੇ, ਸਹੀ ਇਨਫੋਰਮ ਕਰ ਰਹੇ ਨੇ ਜਾਂ ਮਿਸ ਇਨਫੋਰਮ ਕਰ ਰਹੇ ਨੇ। ਸੋ ਇਹ ਸਾਰੇ ਸਵਾਲ ਬਰਕਰਾਰ ਨੇ, ਪਰ ਇਸ ਸਭ ਦੇ ਵਿਚਾਲੇ ਸਿਆਸੀ ਗੋਲੀਬਾਰੀ ਜਿਹੜੀ ਹੈਗੀ ਹੈ ਗੋਲਡੀ ਬਰਾੜ ਦੇ ਮਸਲੇ ਤੇ ਲਗਾਤਾਰ ਹੋ ਰਹੀ ਹੈ ਔਰ ਲਗਾਤਾਰ ਇਹ ਮਸਲਾ ਜਿਹੜਾ ਹੈਗਾ ਉਹ ਪੱਕਦਾ ਜਾ ਰਿਹਾ ਹੈ।